ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਜਾ ਕੀ ਨਿਗਮ ਦੂਧ ਕੀ ਠਾਟਾ ਸਮੁੰਦ ਬਿਲੋਵਨ ਕਉ ਮਾਟਾ। ਤਾ ਕੀ ਹੋ ਬਿਲੋਵਨ ਹਾਰੀ ਕਿਉ ਮਿਟੈ ਗੋ ਛਾਛ ਤੁਹਾਰੀ। ਜਾ ਕੇ ਨਿਗਮ ਦੂਧ ਕੀ ਠਾਟਾ ਸਮੁੰਦ ਬਿਲੋਵਨ ਕਉ ਮਾਟਾ। ਤਾ ਕੀ ਹੋ ਬਿਲੋਵਨ ਹਾਰੀ ਕਿਉ ਮਿਟੈ ਗੋ ਛਾਛ ਤੁਹਾਰੀ। ਚੀਰੀ ਤੂੰ ਰਾਮ ਨਾ ਕਰਸ ਪਤਾਰਾ ਜਗ ਜੀਵਨ ਪ੍ਰਾਨ ਆਧਾਰਾ। ਰਹਾਉ ਤੇਰੇ ਗਲਹਿ ਤੌਕ ਪਗ ਬੇਰੀ ਤੂੰ ਘਰ ਘਰ ਰਮਈਐ ਫੇਰੀ। ਤੂੰ ਅਜਹੋ ਨਾ ਚੇਤਸ ਚੇਰੀ ਤੂੰ ਜਮ ਬਪਰੀ ਹੈ ਹੀਰੀ। ਪ੍ਰਭ ਕਰਨ ਕਰਾਵਨ ਹਾਰੀ ਜਾ ਚੀਰੀ ਹਾਥ ਵਿਚਾਰੀ। ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ।
ਚੀਰੀ ਤੈ ਸਮਤ ਕਹਾਂ ਤੇ ਪਾਈ, ਜਾਤੀ ਭ੍ਰਮ ਕੀ ਲੀਕ ਮਿਟਾਈ। ਸੋ ਰਸ ਕਬੀਰੈ ਜਾਣਿਆ, ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਜਾ ਕੇ ਨਿਗਮ ਦੂਧ ਕੀ ਠਾਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗਤ ਦੀਆਂ ਘੜੀਆਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। 4 ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਸੰਪੂਰਨ ਹੋਏ ਹਨ। ਅੱਗੇ 5ਵੇਂ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਹਨ। ਇੱਕ ਦਾਸੀ ਨੂੰ ਸੰਬੋਧਨ ਕਰਕੇ, ਕਿਉਂਕਿ ਭਗਤ ਕਬੀਰ ਸਾਹਿਬ ਜੀ ਹਰ ਰੋਜ਼ ਸਤ ਸੰਗਤ ਕਰਦੇ ਅਤੇ ਸਤ ਸੰਗਤ ਦੇ ਵਿੱਚ ਜਿਹੜਾ ਕੋਈ ਹਾਜ਼ਰੀ ਭਰਨ ਵਾਲਾ ਹੈ, ਉਹਨਾਂ ਦੇ ਵਿੱਚੋਂ ਇੱਕ ਮਾਈ ਸੀ ਜੋ ਕਿ ਕਿਸੇ ਸ਼ਾਹੂਕਾਰਾਂ ਦੇ ਘਰ ਦੇ ਵਿੱਚ ਦੁੱਧ ਰਿੜਕਣ ਦਾ ਕੰਮ ਕਰਦੀ ਸੀ। ਅਤੇ ਉਹ ਹਰ ਰੋਜ਼ ਪਹਿਲਾਂ ਸਤ ਸੰਗਤ ਕਰਿਆ ਕਰੇ, ਫਿਰ ਆਪਣੇ ਕੰਮ 'ਤੇ ਜਾਇਆ ਕਰੇ। ਅਤੇ ਇੱਦਾਂ ਜਦੋਂ ਉਸ ਨੇ ਸਤ ਸੰਗਤ ਦੇ ਵਿੱਚੋਂ ਪਹਿਲਾਂ ਜਾਣ ਦੀ ਕਾਹਲੀ ਕੀਤੀ ਅਤੇ ਭਗਤ ਕਬੀਰ ਸਾਹਿਬ ਜੀ ਨੇ ਕਾਰਨ ਪੁੱਛਿਆ। ਅਤੇ ਉਹ ਕਹਿਣ ਲੱਗੀ, ਜੀ ਮੈਂ ਆਪਣੇ ਕੰਮ ਤੋਂ ਲੇਟ ਹੋ ਜਾਣਾ। ਅਤੇ ਭਗਤ ਜੀ ਨੇ ਕੰਮ ਪੁੱਛਿਆ ਅਤੇ ਉਹਨੇ ਦੱਸਿਆ ਵੀ ਦੁੱਧ ਰਿੜਕਣ ਦਾ ਹੈ। ਤਾਂ ਉਸ ਸਮੇਂ ਭਗਤ ਕਬੀਰ ਸਾਹਿਬ ਜੀ ਨੇ ਇਸ ਦੁੱਧ ਰਿੜਕਣ ਦੀ ਜਿਹੜੀ ਕਿਰਿਆ, ਇਹਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤਾ ਕਿ ਦੁੱਧ ਕੀ ਹੈ, ਰਿੜਕਣਾ ਕਿਸ ਨੂੰ ਹੈ, ਮੱਖਣ ਕੀ ਹੈ, ਲੱਸੀ ਕੀ ਹੈ। ਇਹ ਸਾਰੀਆਂ ਹੀ ਗੱਲਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ, ਕਿ ਚਾਟੀ ਕੀ ਹੈ ਜਿਹਦੇ ਵਿੱਚ ਰਿੜਕੀ ਦਾ ਹੈ, ਉਸ ਨੂੰ ਉਪਦੇਸ਼ ਦਿੱਤਾ ਆਤਮਾ ਅਤੇ ਪਰਮਾਤਮਾ ਦਾ।
ਤਾਂ ਭਗਤ ਕਬੀਰ ਸਾਹਿਬ ਜੀ ਨੇ ਰਹਾਉ ਦੀਆਂ ਪੰਕਤੀਆਂ ਅੰਦਰ ਬਚਨ ਕੀਤੇ, ਚੇਰੀ ਤੂੰ ਰਾਮ ਨਾ ਕਰ ਸਪਤਾਰਾ, ਜਗ ਜੀਵਨ ਪ੍ਰਾਣ ਆਧਾਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੈ ਚੇਰੀ ਹੈ ਦਾਸੀ, ਤੂੰ ਰਾਮ ਨਾ ਕਰ ਸਪਤਾਰਾ। ਤੂੰ ਜਿਹੜਾ ਰਾਮ ਪਰਮੇਸ਼ਰ ਵਾਹਿਗੁਰੂ ਰਮਿਆ ਹੋਇਆ ਅਕਾਲ ਪੁਰਖ ਹੈ, ਉਸ ਨੂੰ ਆਪਣਾ ਮਾਲਕ ਨਹੀਂ ਬਣਾਇਆ। ਉਹ ਸਾਰੇ ਜਗਤ ਦਾ ਜੀਵਨ ਹੈ, ਸਭ ਦੇ ਪ੍ਰਾਣਾਂ ਦਾ ਆਸਰਾ ਹੈ। ਤੂੰ ਉਸ ਨੂੰ ਆਪਣੇ ਜੀਵਨ ਦੇ ਅੰਦਰ ਆਪਣਾ ਮਾਲਕ ਬਣਾ, ਉਹਦੇ ਲੜ ਲੱਗ। ਫਿਰ ਤੇਰੇ ਜੀਵਨ ਦੇ ਅੰਦਰ ਕੀ ਤੈਨੂੰ ਪ੍ਰਾਪਤ ਹੋ ਸਕਦਾ, ਕੀ ਤੈਨੂੰ ਵਡਿਆਈਆਂ ਮਿਲ ਸਕਦੀਆਂ ਹਨ। ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ ਜੀ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਾ ਕੇ ਨਿਗਮ ਦੂਧ ਕੇ ਠਾਟਾ। ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਾ ਕੇ ਜਿਸ ਪਰਮੇਸ਼ਰ ਦੇ ਨਿਗਮ ਦੂਧ ਕੇ ਠਾਟਾ। ਜਿਵੇਂ ਦੁੱਧ ਦੇ ਸੋਮੇ ਹੁੰਦੇ ਹੈ, ਦੁੱਧ ਕਿੱਥੋਂ ਪ੍ਰਗਟ ਹੁੰਦਾ ਕਿ ਜਿੰਨੇ ਦੁੱਧ ਦੇਣ ਵਾਲੇ ਪਸ਼ੂ ਹਨ ਉਹ ਦੁੱਧ ਦਾ ਸੋਮਾ ਮੰਨੇ ਵੀ ਉੱਥੋਂ ਦੁੱਧ ਜਿਹੜਾ ਉਹ ਪੈਦਾ ਹੁੰਦਾ, ਪ੍ਰਗਟ ਹੁੰਦਾ, ਪ੍ਰਾਪਤ ਹੁੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਕੇ ਨਿਗਮ ਦੂਧ ਕੇ ਠਾਟਾ, ਕਿ ਜਿਸ ਪਰਮੇਸ਼ਰ ਨੇ ਨਿਗਮ ਦਾ ਅਰਥ ਹੈ ਵੇਦ, ਅਤੇ ਵੇਦ ਦਾ ਅਰਥ ਜਿੱਥੇ 4 ਵੇਦ ਕੀਤਾ ਜਾਂਦਾ, ਉੱਥੇ ਵੇਦ ਦਾ ਅਰਥ ਹੈ ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ, ਜਿਨ੍ਹਾਂ ਦੇ ਅੰਦਰ ਧਰਮ ਬਾਰੇ, ਪਰਮਾਤਮਾ ਬਾਰੇ, ਜੀਵ ਦੀ ਅਤੇ ਈਸ਼ਰ ਦੀ ਏਕਤਾ ਬਾਰੇ ਸਿੱਖਿਆ ਦਿੱਤੀ ਹੋਈ ਹੈ। ਉਹ ਸਾਰੇ ਧਾਰਮਿਕ ਗ੍ਰੰਥ ਜਿੰਨੇ ਵੀ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਉਸ ਪਰਮੇਸ਼ਰ ਨੇ ਦੁੱਧ ਬਣਾਇਆ ਹੋਇਆ। ਇਹ ਜਿੱਥੋਂ ਦੁੱਧ ਪ੍ਰਗਟ ਹੁੰਦਾ ਇਹ ਸੋਮਾ ਹੈ। ਜਿੰਨੇ ਧਾਰਮਿਕ ਪੁਸਤਕ ਹਨ, ਗ੍ਰੰਥ ਹਨ, ਜਿਨ੍ਹਾਂ ਵਿੱਚ ਪਰਮੇਸ਼ਰ ਦੀ ਵਡਿਆਈ ਹੈ, ਪਰਮਾਤਮਾ ਦੀ ਸਿਫਤ ਸਲਾਹ ਹੈ, ਇਹ ਸਾਰੇ ਹੀ ਦੁੱਧ ਦੇ ਠਾਟਾ ਕਹੀਏ ਅਸਥਾਨ ਹਨ। ਮੁੰਦ ਬਿਲੋਵਨ ਕਉ ਮਾਟਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਸ ਪ੍ਰਕਾਰ ਫਿਰ ਰਿੜਕਣ ਵਾਸਤੇ ਜਿਵੇਂ ਦੇਵੀ ਦੇਵਤਿਆਂ ਨੇ ਅਤੇ ਰਾਖਸ਼ਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ। ਕਹਿੰਦੇ ਦੇਵਤਿਆਂ ਨੇ ਅਤੇ ਦੈਂਤਾਂ ਨੇ ਰਲ ਕੇ ਸਮੁੰਦਰ ਨੂੰ ਜਿਸ ਸਮੇਂ ਰਿੜਕਿਆ, ਉਹਦੇ ਵਿੱਚੋਂ ਰਤਨ ਨਿਕਲੇ, 14 ਰਤਨ ਨਿਕਲੇ। ਸ੍ਰੀ ਮਨ ਰੰਭਾ ਬਾਰਣੀ, ਅਮੀ ਸੰਖ ਗਜ ਰਾਜ। ਇਹਨਾਂ 14 ਰਤਨਾਂ ਦੀ ਗਿਣਤੀ ਆਉਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਮੁੰਦ ਬਿਲੋਵਨ ਕਉ ਮਾਟਾ। ਮਾਟਾ ਤੋਂ ਭਾਵ ਹੈ ਮੱਟੀ, ਜਿਹਦੇ ਵਿੱਚ ਦੁੱਧ ਨੂੰ ਰਿੜਕਿਆ ਜਾਂਦਾ। ਮਧਾਣੀ ਪਾ ਕੇ ਉਸ ਨੂੰ ਰਿੜਕਦੇ ਹੈ, ਫਿਰ ਉਹਦੇ 'ਚੋਂ ਮੱਖਣ ਦੀ ਪ੍ਰਾਪਤੀ ਹੁੰਦੀ ਹੈ, ਲੱਸੀ ਬਣਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜੀ ਸਾਧ ਸੰਗਤ ਹੈ ਇਹ ਮੱਟੀ ਹੈ, ਇੱਕ ਸਮੁੰਦਰ ਦੀ ਨਿਆਈ ਇਹ ਸਤ ਸੰਗਤ ਮੱਟੀ ਹੈ, ਜਿਸ ਦੇ ਵਿੱਚ ਇਹਨਾਂ ਧਾਰਮਿਕ ਪੁਸਤਕਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਰਿੜਕਿਆ ਜਾਂਦਾ, ਭਾਵ ਕਿ ਇਹਨਾਂ ਦੀ ਵਿਚਾਰ ਕੀਤੀ ਜਾਂਦੀ ਹੈ। ਇਹਨਾਂ ਸਤ ਸੰਗਤ ਦੇ ਵਿੱਚ ਬੈਠ ਕੇ ਜੋ ਧਾਰਮਿਕ ਗ੍ਰੰਥਾਂ ਦੇ ਅੰਦਰ ਜੀਵ ਨੂੰ ਉਪਦੇਸ਼ ਕੀਤੇ ਗਏ ਹੈ, ਉਹਨਾਂ ਨੂੰ ਵਿਚਾਰਨਾ, ਇਹ ਰਿੜਕਣਾ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਦਾਸੀ, ਜਿਹੜਾ ਤੂੰ ਕੰਮ ਕਰਦੀ ਹੈ, ਹਰ ਰੋਜ਼ ਦੁੱਧ ਰਿੜਕਦੀ ਹੈ, ਪਰ ਉਹਦੇ ਨਾਲ ਨਾਲ ਤਾਂ ਕਿ ਹੋ ਬਿਲੋਵਨ ਹਾਰੀ, ਉਹਦੇ ਨਾਲ ਨਾਲ ਤੂੰ ਇਸ ਵਿਚਾਰ ਨੂੰ ਵੀ ਰਿੜਕਣਾ ਕਰ।
ਇਹਨੂੰ ਵੀ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਕਿ ਧਾਰਮਿਕ ਗ੍ਰੰਥਾਂ ਵੇਦਾਂ ਸ਼ਾਸਤਰਾਂ ਦੇ ਅੰਦਰ ਜੋ ਸਿਧਾਂਤ ਦੱਸਿਆ ਗਿਆ, ਜੋ ਉਪਦੇਸ਼ ਕੀਤਾ ਗਿਆ ਕਿ ਆਤਮਾ ਦੀ ਪ੍ਰਾਪਤੀ ਕਰਨੀ ਹੈ, ਜਿਸ ਨੇ ਵੀ ਮਨੁੱਖਾ ਸਰੀਰ ਧਾਰਨ ਕੀਤਾ ਹੈ, ਇਹ ਮਨੁੱਖੀ ਜਾਮਾ ਜਿਸ ਨੂੰ ਵੀ ਮਿਲਿਆ ਹੈ, ਕਿਸੇ ਧਰਮ ਦੇ ਅੰਦਰ, ਕਿਸੇ ਮਜ਼ਹਬ ਦੇ ਅੰਦਰ, ਕਿਸੇ ਜਾਤ ਦੇ ਅੰਦਰ, ਜਿਸ ਨੂੰ ਵੀ ਮਨੁੱਖਾ ਸਰੀਰ ਮਿਲਿਆ ਹੈ, ਉਹਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਕਿ ਉਹ ਆਤਮਾ ਦੀ ਲਗਤਾ ਕਰੇ, ਉਹ ਆਪਣੀ ਅੰਤਰ-ਆਤਮਾ ਨੂੰ ਪ੍ਰਾਪਤ ਕਰੇ। ਇਹ ਉਹਦਾ ਸਭ ਤੋਂ ਵੱਡਾ ਕੰਮ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਤਾ ਕੀ ਹੋ ਬਿਲੋਵਣ ਹਾਰੀ। ਤੂੰ ਉਸ ਆਤਮਾ ਅਤੇ ਪ੍ਰਮਾਤਮਾ ਦੀ ਏਕਤਾ ਦੀ ਜਿਹੜੀ ਵਿਚਾਰ ਹੈ, ਉਸ ਨੂੰ ਰਿੜਕਣਾ ਕਰ, ਭਾਵ ਆਪਣੇ ਅੰਦਰ ਉਹਦੀ ਵੀ ਵਿਚਾਰ ਕਰ। ਜੋ ਮਿਟੈ ਗੋ ਛਾਛ ਤੁਹਾਰੀ। ਕਹਿੰਦੇ ਫਿਰ ਕਿਵੇਂ ਤੇਰੀ ਕੋਈ ਜਿਹੜੀ ਲੱਸੀ ਹੈ ਉਸ ਨੂੰ ਮੇਟ ਸਕਦਾ ਹੈ, ਫਿਰ ਲੱਸੀ ਜਿਹੜੀ ਤੈਨੂੰ ਪ੍ਰਾਪਤ ਹੋਵੇਗੀ। ਭਾਵ ਕਿ ਤੂੰ ਛੋਟੇ ਤੋਂ ਛੋਟਾ ਕੰਮ ਵੀ ਕਰ ਲਵੇਂ, ਕੋਈ ਥੋੜ੍ਹਾ ਜਿਹਾ ਵੀ ਸਾਧਨ ਕਰ ਲਵੇਂ, ਥੋੜ੍ਹੀ ਜਿਹੀ ਵੀ ਭਗਤੀ ਕਰ ਲਵੇਂ, ਉਹ ਵੀ ਤੇਰੀ ਸਫਲੀ ਹੋ ਜਾਏਗੀ ਜੇ ਤੈਨੂੰ ਪਤਾ ਚੱਲ ਜਾਏ ਕਿ ਭਗਤੀ ਕਿਸ ਵਾਸਤੇ ਕਰੀਦੀ ਹੈ, ਕਿ ਪ੍ਰਮਾਤਮਾ ਦੀ ਅਤੇ ਨਾਮ ਦੀ ਅਰਾਧਨਾ। ਸਤਿਗੁਰੂ ਜੀ ਕਹਿੰਦੇ ਜਪੋ, ਮੂਲ ਮੰਤਰ ਜਪੋ, ਬਾਣੀ ਪੜ੍ਹੋ। ਪਰ ਜਦੋਂ ਸਾਨੂੰ ਇਹ ਪਤਾ ਚੱਲ ਜਾਏ ਕਿ ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ ਕਿਸ ਵਾਸਤੇ ਕਰਨਾ, ਫਿਰ ਚਾਹੇ ਥੋੜ੍ਹਾ ਹੀ ਜਪ ਲਵੇ ਜੀਵ, ਫਿਰ ਉਹਦੀ ਅਸਲੀ ਲਾਹਾ ਇਹਨੂੰ ਪ੍ਰਾਪਤ ਹੋ ਜਾਂਦਾ। ਜਦੋਂ ਜੀਵ ਨੂੰ ਇਹ ਪਤਾ ਚੱਲ ਜਾਏ ਕਿ ਆਪਣੀ ਆਤਮਾ ਦੀ ਪ੍ਰਾਪਤੀ ਵਾਸਤੇ, ਮਨ ਦੀ ਸ਼ੁੱਧੀ ਵਾਸਤੇ, ਮਨ ਦੀ ਮਲੀਨਤਾ ਦੂਰ ਕਰਨ ਵਾਸਤੇ ਭਗਤੀ ਕਰੀਦੀ ਹੈ, ਫਿਰ ਜੀਵ ਨੂੰ ਪਤਾ ਚੱਲ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਉ ਮਿਟੈ ਗੋ ਛਾਛ ਤੁਹਾਰੀ। ਕਹਿੰਦੇ ਜੇ ਤੈਨੂੰ ਮੱਖਣ ਨਹੀਂ ਵੀ ਪ੍ਰਾਪਤ ਹੁੰਦਾ, ਪਰ ਲੱਸੀ ਤੇ ਤੇਰੀ ਬਾਣੀ ਜਾਏਗੀ, ਲੱਸੀ ਤੈਨੂੰ ਮਿਲ ਹੀ ਜਾਏਗੀ। ਕਿਉਂਕਿ ਉਹ ਸ਼ਾਹੂਕਾਰਾਂ ਦੇ ਘਰ ਦੇ ਵਿੱਚ ਕੰਮ ਕਰਦੀ, ਦੁੱਧ ਰਿੜਕਦੀ, ਉਹਦੇ ਬਦਲੇ 'ਤੇ ਲੱਸੀ ਮਿਲ ਜਾਂਦੀ, ਉਹ ਲੈ ਆਉਂਦੀ ਘਰ ਦੇ ਵਿੱਚ, ਉਹਦੇ ਨਾਲ ਅੱਗੇ ਸੰਗਤਾਂ ਨੂੰ ਜਾਂ ਹੋਰਾਂ ਨੂੰ ਦਿੰਦੀ, ਜਿਹਦੇ ਵਿੱਚ ਉਹਦਾ ਗੁਜ਼ਾਰਾ ਹੋ ਜਾਂਦਾ। ਉਹਨੂੰ ਸੰਬੋਧਨ ਕਰਕੇ ਭਗਤ ਜੀ ਕਹਿੰਦੇ ਆ, ਫਿਰ ਵੀ ਜੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਅਤੇ ਇਹ ਸਤ ਸੰਗਤ ਦੇ ਵਿੱਚ ਵਿਚਾਰ ਕਰਨ ਦਾ, ਨਾਮ ਜਪਣ ਦਾ ਲਾਹਾ ਇਹ ਹੋਏਗਾ ਕਿ ਤੈਨੂੰ ਮਨੁੱਖਾ ਸਰੀਰ ਫਿਰ ਮਿਲ ਸਕਦਾ। ਨਰਕਾਂ ਦੇ ਵਿੱਚ ਨਹੀਂ ਤੂੰ ਜਾਏਂਗੀ, ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਨਹੀਂ ਜਾਏਂਗੀ, ਅਤੇ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਤੇਰੇ ਅੰਦਰ ਬਣੀ ਰਹੇਗੀ। ਇਹੀ ਸਭ ਤੋਂ ਵੱਡੀ ਗੱਲ ਹੈ ਕਿ ਜੀਵ ਦੇ ਅੰਦਰ ਪ੍ਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਪੈਦਾ ਹੋ ਜਾਏ। ਜਦੋਂ ਇੱਛਾ ਪੈਦਾ ਹੋ ਜਾਏ ਅਤੇ ਉਸ ਇੱਛਾ ਨੂੰ ਰੱਖ ਕੇ ਜੀਵ ਭਗਤੀ ਕਰਦਾ ਰਹੇ, ਇਸ ਜਨਮ 'ਚ ਨਹੀਂ, ਅਗਲੇ 'ਚ ਨਹੀਂ, ਕਿਤੇ ਤੇ ਪ੍ਰਾਪਤੀ ਹੋਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਕਿਉ ਮਿਟੈ ਗੋ ਛਾਛ ਤੁਹਾਰੀ। ਫਿਰ ਉਹ ਪਰਮੇਸ਼ਰ ਵਾਹਿਗੁਰੂ ਤੈਨੂੰ ਇਹ ਮਨੁੱਖਾ ਸਰੀਰ, ਇਹ ਤੈਨੂੰ ਫਿਰ ਮਿਲ ਜਾਏਗਾ। ਇਹਦੇ ਦੁਆਰਾ ਫਿਰ ਭਗਤੀ ਕਰਕੇ ਜਦੋਂ ਤੇਰੇ ਕਰਮ ਨਿਸ਼ਕਾਮ ਹੋ ਗਏ, ਤੇਰੀ ਭਗਤੀ ਸਫਲ ਹੋ ਗਈ, ਫਿਰ ਤੂੰ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਏਂਗੀ। ਚੇਰੀ ਤੂੰ ਰਾਮ ਨਾ ਕਰਸ ਪਤਾਰਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਚੇਰੀ, ਹੇ ਦਾਸੀ, ਤੂੰ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ, ਉਸ ਨੂੰ ਪਤਾਰਾ ਕਹੀ ਆਪਣਾ ਪਤੀ ਪਰਮੇਸ਼ਰ ਮਾਲਕ ਕਿਉਂ ਨਹੀਂ ਬਣਾਉਂਦੀ ਹੈ? ਜਗ ਜੀਵਨ ਪ੍ਰਾਨ ਆਧਾਰਾ। ਕਿਉਂਕਿ ਉਹ ਸਾਰੇ ਜਗਤ ਦਾ ਜੀਵਨ ਹੈ, ਸਭ ਦੇ ਪ੍ਰਾਣਾਂ ਦਾ ਆਧਾਰਾ ਕਹੀਏ, ਆਸਰਾ ਹੈ। ਸਭ ਦੇ ਪ੍ਰਾਣ ਉਸ ਪਰਮੇਸ਼ਰ ਵਾਹਿਗੁਰੂ ਦੇ ਆਸਰੇ ਹੈ, ਉਹਦੀ ਸੱਤਾ ਸਫੁਰਤੀ ਦੁਆਰਾ ਸਭ ਦੇ ਸਰੀਰਾਂ ਵਿੱਚ ਸਾਹ ਚੱਲਦੇ। ਇਸ ਕਰਕੇ ਉਹ ਸਭ ਦੇ ਹੀ ਪ੍ਰਾਣਾਂ ਦਾ ਆਸਰਾ ਹੈ, ਜਗਤ ਦਾ ਜੀਵਨ ਹੈ। ਉਸ ਨੂੰ ਤੂੰ ਆਪਣੇ ਜੀਵਨ ਵਿੱਚ ਕਿਉਂ ਨਹੀਂ ਧਾਰਨ ਕਰਦੀ? ਤੇਰੇ ਗਲਹ ਤੌਕ ਪਗ ਬੇਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਸ ਪਰਮੇਸ਼ਰ ਨੂੰ ਛੱਡ ਕੇ ਜੀਵ ਦੀ ਹਾਲਤ ਕੀ ਹੁੰਦੀ ਹੈ? ਜਿਹੜਾ ਜੀਵ ਪਰਮਾਤਮਾ ਦੀ ਭਗਤੀ ਛੱਡਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ,
ਕਿ ਤੇਰੇ ਗਲ ਹੈ ਤੌਕ ਪਗ ਬੇਰੀ। ਤੇਰੇ ਗਲ ਦੇ ਵਿੱਚ ਤੌਕ ਕਹੀਏ ਇੱਕ ਪਟਾ ਹੁੰਦਾ। ਜਿਹੜੇ ਕੈਦੀ ਕੈਦ ਕੀਤੇ ਜਾਂਦੇ ਉਹਨਾਂ ਦੇ ਗਲ ਦੇ ਵਿੱਚ ਇੱਕ ਫੱਟੀ ਬਣਾ ਕੇ ਉੱਤੇ ਲਿਖ ਦਿੱਤਾ ਜਾਂਦਾ ਵੀ ਇਹਦੀ ਇੰਨੇ ਸਾਲ ਸਜ਼ਾ ਹੈ, ਇਹਦੀ ਇੰਨੇ ਸਾਲ ਸਜ਼ਾ ਹੈ। ਉਸ ਨੂੰ ਤੌਕ ਕਹਿੰਦੇ ਆ। ਤੇਰੇ ਗਲ ਦੇ ਵਿੱਚ ਤੌਕ ਕਹੀਏ ਮੋਹ ਦਾ ਜਿਹੜਾ ਪਟਾ ਹੈ ਨਾ ਉਹ ਪਿਆ ਹੋਇਆ। ਮੋਹ ਨਹੀਂ ਛੁੱਟਦਾ ਤੇਰੇ ਤੋਂ, ਸੰਸਾਰ ਦਾ, ਸਰੀਰਾਂ ਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਕਿ ਗਲ ਹੈ ਤੌਕ ਪਗ ਬੇਰੀ। ਅਤੇ ਪੈਰਾਂ ਦੇ ਵਿੱਚ ਜਿਹੜੀ ਹੈ ਉਹ ਬੇੜੀ ਹੈ। ਕੈਦੀਆਂ ਦੇ ਪੈਰਾਂ ਵਿੱਚ ਵੀ ਬੇੜੀ ਹੁੰਦੀ ਹੈ, ਗਲ ਦੇ ਵਿੱਚ ਵੀ ਪਟਾ ਹੁੰਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ ਉਹਦੇ ਗਲ ਦੇ ਵਿੱਚ ਵੀ ਮੋਹ ਦੀ ਤੌਕ ਹੈ, ਬੇੜੀ ਹੈ। ਪੈਰਾਂ ਦੇ ਵਿੱਚ ਵੀ ਬੇੜੀਆਂ ਹਨ ਸੰਕਲਪਾਂ ਵਿਕਲਪਾਂ ਦੀਆਂ। ਜਿਵੇਂ ਬੇੜੀ ਪੈਰਾਂ 'ਚ ਹੋਵੇ ਤਾਂ ਤੁਰਿਆ ਨਹੀਂ ਜਾਂਦਾ, ਬੜਾ ਔਖਾ ਤੁਰਨਾ। ਇਸੇ ਤਰ੍ਹਾਂ ਹੀ ਜਦੋਂ ਜੀਵ ਦੇ ਮਨ ਦੇ ਅੰਦਰ ਸੰਕਲਪ ਵਿਕਲਪ ਇਹਨਾਂ ਦੀਆਂ ਬੇੜੀਆਂ ਪੈ ਜਾਣ ਫਿਰ ਜੀਵ ਜਿਹੜਾ ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਨਹੀਂ ਤੁਰਦਾ। ਸੋਚ ਸੋਚ ਕੇ ਦਿਨ ਲੰਘਾ ਦਿੰਦਾ ਵੀ ਕੀ ਕਰੀਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਤੇਰੇ ਗਲ ਹੈ ਤੌਕ ਪਗ ਬੇਰੀ। ਪਰਮੇਸ਼ਰ ਦੀ ਭਗਤੀ ਛੱਡ ਕੇ ਗਲ ਦੇ ਵਿੱਚ ਮੋਹ ਦਾ ਪਟਾ ਹੈ ਅਤੇ ਪੈਰਾਂ ਦੇ ਵਿੱਚ ਸੰਕਲਪਾਂ ਵਿਕਲਪਾਂ ਦੀਆਂ ਬੇੜੀਆਂ ਹਨ। ਘਰ ਘਰ ਰਮਈਐ ਫੇਰੀ। ਕਿਉਂ ਪਰਮੇਸ਼ਰ ਵਾਹਿਗੁਰੂ ਨੇ ਫਿਰ ਇਸ ਜਿੰਦ ਜਾਨ ਨੂੰ ਘਰਾਂ ਘਰਾਂ ਦੇ ਵਿੱਚ ਭਾਵ ਕਿ ਤਰ੍ਹਾਂ ਤਰ੍ਹਾਂ ਦੇ ਸਰੀਰਾਂ ਦੇ ਵਿੱਚ ਜੂਨਾਂ ਦੇ ਵਿੱਚ ਇਸ ਨੂੰ ਫੇਰਿਆ ਹੈ। ਅਜਹੋ ਨਾ ਚੇਤਸ ਚੇਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਹਜੇ ਵੀ ਹੁਣ ਮਨੁੱਖਾ ਸਰੀਰ ਮਿਲਿਆ ਹੋਇਆ, ਹੁਣ ਵੀ ਉਹ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦੀ, ਯਾਦ ਨਹੀਂ ਕਰਦੀ। ਜਾਮ ਬੱਪਰੀ ਹੈ ਹੇਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਵੀ ਤੈਨੂੰ ਉਹ ਜਮ ਜਿਹੜਾ ਹੈ ਨਾ ਉਹ ਤੈਨੂੰ ਵਿਚਾਰੀ ਨੂੰ ਵੇਖ ਰਿਹਾ ਕਿ ਮੌਤ ਜਿਹੜੀ ਹੈ ਹੁਣ ਵੀ ਤੇਰੇ ਸਿਰ 'ਤੇ ਕੂਕ ਰਹੀ ਹੈ, ਵੇਖ ਰਹੀ ਹੈ ਵੀ ਕਦੋਂ ਇਹਦੀ ਸਾਹ ਪ੍ਰਾਣ ਜਿਹੜੇ ਹੈ ਉਹਨਾਂ ਦਾ ਲੇਖਾ ਜੋਖਾ ਪੂਰਾ ਹੋਵੇ ਅਤੇ ਫਿਰ ਇਸ ਨੂੰ ਮਾਰ ਲਵਾਂ। ਮੌਤ ਜਿਹੜੀ ਉਹ ਤੇਰੇ ਫਿਰ ਤੈਨੂੰ ਤੱਕ ਰਹੀ ਹੈ, ਵੇਖ ਰਹੀ ਹੈ। ਰੱਬ ਕਰਨ ਕਰਾਵਨ ਹਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਜੀਵ ਨੂੰ ਇੱਦਾਂ ਦਾ ਉਪਦੇਸ਼ ਦਿੱਤਾ ਗਿਆ, ਜਿਹੜੀ ਉਹ ਦਾਸੀ ਸੀ ਜਦੋਂ ਉਸ ਨੂੰ ਉਪਦੇਸ਼ ਦਿੱਤਾ ਉਹਦੇ ਅੰਤਰ ਆਤਮੇ ਦੇ ਵਿੱਚ ਗਿਆਨ ਹੋਇਆ ਅਤੇ ਉਹਨੇ ਫਿਰ ਇਹ ਬੇਨਤੀ ਕੀਤੀ ਪ੍ਰਭ ਕਰਨ ਕਰਾਵਨ ਹਾਰੀ। ਕਹਿਣ ਲੱਗੀ ਕਿ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ ਉਹ ਸਭ ਕੁਝ ਕਰਨ ਕਹੀਏ ਕਰਨ ਵਾਲਾ ਹੈ ਅਤੇ ਕਰਾਵਨ ਹਾਰੀ ਕਰਨ ਵਾਲੀ ਜਿਹੜੀ ਹੈ ਉਹ ਇਹ ਜਿੰਦ ਜਾਨ ਹੈ, ਇਹ ਜੀਵ ਆਤਮਾ ਹੈ। ਕਿ ਉਹ ਪਰਮੇਸ਼ਰ ਵਾਹਿਗੁਰੂ ਸਭ ਕੁਝ ਕਰਨ ਵਾਲਾ ਅਤੇ ਇਹ ਜਿੰਦ ਇਹ ਜਿਹੜੀ ਜੀਵ ਆਤਮਾ ਹੈ ਇਹ ਕਰਨ ਵਾਲੀ ਹੈ। ਜਾ ਚੇਰੀ ਹਾਥ ਵਿਚਾਰੀ। ਕਹਿੰਦੇ ਹਨ ਕਿ ਉਹ ਚੇਰੀ ਦਾਸੀ ਦੇ ਕੀ ਹੱਥ ਦੇ ਵਿੱਚ ਹੈ, ਸਭ ਕੁਝ ਉਹ ਪਰਮੇਸ਼ਰ ਦੇ ਹੀ ਵੱਸ ਹੈ। ਉਹ ਪਰਮੇਸ਼ਰ ਵਾਹਿਗੁਰੂ ਹੀ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਤੋਰ ਰਿਹਾ, ਫੇਰੀ ਜਾ ਰਿਹਾ। ਪਰ ਜਿਹੜਾ ਸਤ ਸੰਗਤ ਕਰਨ ਲੱਗ ਜਾਏ, ਉਪਦੇਸ਼ ਸੁਣਨ ਲੱਗ ਜਾਏ, ਨਾਮ ਦੀ ਕਮਾਈ ਕਰਨ ਲੱਗ ਜਾਏ, ਉਹਦੇ ਕਰਮ ਜਿਹੜੇ ਕੀਤੇ ਹੁੰਦੇ ਉਹ ਮਿਟ ਜਾਂਦੇ ਹੈ ਅਤੇ ਉਹ ਕਰਮ ਮਿਟਣ ਕਰਕੇ ਫਿਰ ਉਹ ਪਰਮੇਸ਼ਰ ਦੀ ਭਗਤੀ ਦੇ ਰਸਤੇ 'ਤੇ ਆ ਜਾਂਦਾ ਹੈ। ਇਸ ਕਰਕੇ ਕਹਿੰਦੇ ਹਨ ਕਿ ਕਿਆ ਚੇਰੀ ਹਾਥ ਵਿਚਾਰੀ, ਕਿ ਚੇਰੀ ਦਾਸੀ ਦੇ ਇਹ ਜੀਵ ਆਤਮਾ ਦੇ ਕੀ ਹੱਥ ਦੇ ਵਿੱਚ ਹੈ। ਸੋਈ ਸੋਈ ਜਾਗੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋਈ ਸੋਈ ਜਾਗੀ। ਉਹੀ ਜੀਵ ਆਤਮਾ ਜਿਹੜੀ ਹੈ ਉਹ ਜਾਗਦੀ ਹੈ ਇਸ ਮੋਹ ਦੀ ਨੀਂਦ ਦੇ ਵਿੱਚੋਂ, ਇਸ ਸੰਸਾਰ ਦੇ ਸੁੱਖਾਂ ਦੇ ਵਿੱਚੋਂ, ਇਹ ਸੰਸਾਰੀ ਜਿੰਨੀ ਕਿਰਿਆ ਹੈ ਇਹਦੇ ਵਿੱਚੋਂ ਉਹੀ ਜੀਵ ਆਤਮਾ ਜਾਗਦੀ ਹੈ। ਤਿਤ ਲਾਈ ਤਿਤ ਲਾਗੀ। ਅਤੇ ਜਿੱਧਰ ਨੂੰ ਉਹ ਪਰਮੇਸ਼ਰ ਵਾਹਿਗੁਰੂ ਲਾ ਦਿੰਦਾ ਫਿਰ ਉਹ ਲੱਗ ਜਾਂਦੀ ਹੈ। ਜਿਹੜਾ ਜੀਵ ਇਸ ਸੰਸਾਰ ਦੇ ਵਿੱਚ ਆਪਣੀ ਜ਼ਿੰਦਗੀ ਸੁੱਤਿਆਂ ਹੀ ਬਤੀਤ ਕਰ ਜਾਂਦਾ, ਜਿੱਦਾਂ ਦਾ ਆਇਆ ਉੱਦਾਂ ਦਾ ਹੀ ਚਲਿਆ ਗਿਆ, ਨਾ ਭਗਤੀ ਕੀਤੀ, ਨਾ ਨਾਮ ਜਪਿਆ, ਨਾ ਬਾਣੀ ਪੜ੍ਹੀ, ਨਾ ਸੇਵਾ ਕੀਤੀ, ਅਤੇ ਉਹ ਤਾਂ ਸੁੱਤਾ ਆਇਆ ਅਤੇ ਸੁੱਤਾ ਹੀ ਚਲਿਆ ਗਿਆ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਜਿਹੜਾ ਜਾਗ ਜਾਂਦਾ, ਜਾਗਦਾ ਕਿੱਥੋਂ ਹੈ? ਸੰਗਤ ਦੇ ਵਿੱਚੋਂ। ਸੰਗਤ ਕਰ ਕਰਕੇ ਜੀਵ ਨੂੰ ਪਤਾ ਚੱਲਦਾ ਕਿ ਮਨੁੱਖਾ ਸਰੀਰ ਕਿਉਂ ਮਿਲਿਆ, ਭਗਤੀ ਕਿਉਂ ਕੀਤੀ ਜਾਂਦੀ ਹੈ, ਬੰਧਨ ਕੀ ਹਨ, ਜੰਮਣ ਮਰਨ ਕਿਵੇਂ ਤੋਂ ਛੁਟਕਾਰਾ ਮਿਲਦਾ। ਜਦੋਂ ਇਹਨਾਂ ਦੀ ਵਿਚਾਰ ਨੂੰ ਸੁਣਦਾ ਪੜ੍ਹਦਾ, ਫਿਰ ਮਨ ਜਿਹੜਾ ਨਾ ਉਹ ਜਾਗਦਾ। ਅਤੇ ਜਦੋਂ ਮਨ ਜਾਗ ਪਵੇ, ਫਿਰ ਜਾਗਿਆ ਹੋਇਆ ਮਨ ਜਿਹੜਾ ਉਹ ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਲੱਗ ਜਾਂਦਾ। ਫਿਰ ਉਹ ਪਰਮੇਸ਼ਰ ਵਾਹਿਗੁਰੂ ਜਾਗੇ ਹੋਏ ਮਨ ਨੂੰ ਆਪਣੀ ਭਗਤੀ ਦੇ ਵਿੱਚ ਲਾ ਦਿੰਦਾ ਅਤੇ ਲੱਗ ਜਾਂਦਾ ਹੈ। ਚੇਰੀ ਤੈ ਸਮਤ ਕਹਾਂ ਤੇ ਪਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਚੇਰੀ, ਹੇ ਦਾਸੀ, ਤੂੰ ਇਹ ਚੰਗੀ ਮੱਤ, ਸ੍ਰੇਸ਼ਟ ਮੱਤ ਜਿਹੜੀ ਕਿੱਥੋਂ ਪ੍ਰਾਪਤ ਕੀਤੀ ਹੈ? ਜਾਂ ਜੀਵ ਆਤਮਾ ਜਿਹੜੀ ਹੈ ਇਹਨੂੰ ਪੁੱਛਦੇ ਆ ਕਿ ਤੂੰ ਇਹ ਚੰਗੀ ਮੱਤ ਜਿਹੜੀ ਹੈ ਕਿਸ ਤੋਂ ਪ੍ਰਾਪਤ ਕਰ ਲਈ ਹੈ? ਜਾ ਤੇ ਭ੍ਰਮ ਕੀ ਲੀਕ ਮਿਟਾਈ। ਜਿਸ ਕਰਕੇ ਤੂੰ ਜਿਹੜੀ ਭਰਮ ਦੀ ਰੇਖਾ ਸੀ ਉਹ ਮੇਟ ਹੀ ਦਿੱਤੀ। ਅੰਦਰ ਜਿਹੜਾ ਭਰਮ ਪਿਆ ਸੀ ਉਹ ਸਾਰਾ ਹੀ ਦੂਰ ਕਰ ਲਿਆ। ਭਰਮ ਦੂਰ ਕਰਕੇ ਭਰਮ ਦੀ ਲਕੀਰ ਨੂੰ ਮੇਟ ਕੇ ਤੇ ਤੂੰ ਪਰਮੇਸ਼ਰ ਦੀ ਭਗਤੀ ਵਾਲੀ ਬਣ ਗਈ। ਸੋ ਰਸ ਕਬੀਰ ਜਾਣਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਜਿਹੜਾ ਆਤਮਾ ਦਾ ਰਸ ਹੈ, ਨਾਮ ਦਾ ਰਸ ਹੈ, ਉਹ ਅਸੀਂ ਜਾਣ ਲਿਆ ਹੈ। ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਕਿਵੇਂ ਜਾਣਿਆ ਹੈ? ਕਹਿੰਦੇ ਮੇਰੋ ਗੁਰ ਪ੍ਰਸਾਦ ਮਨ ਮਾਨਿਆ, ਕਿ ਸਾਡਾ ਗੁਰੂ ਤੇ ਮਨ ਸੀ ਜਿਹੜਾ ਉਹ ਮੰਨ ਗਿਆ। ਅਤੇ ਜਦੋਂ ਗੁਰੂ ਨੂੰ ਜੀਵ ਮੰਨਣ ਲੱਗ ਜਾਏ, ਫਿਰ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਂਦੀ ਹੈ। ਅਤੇ ਉਸ ਕਿਰਪਾ ਦੁਆਰਾ ਹੀ ਅਸੀਂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਮਾਨ ਲਿਆ ਹੈ, ਉਹਨੂੰ ਗ੍ਰਹਿਣ ਕਰ ਲਿਆ ਹੈ। ਜਿਹ ਬਾਜ ਨਾ ਜੀਆ ਜਾਈ। ਭਗਤ ਕਬੀਰ ਸਾਹਿਬ ਜੀ ਅਗਲੇ ਸ਼ਬਦ ਦੇ ਅੰਦਰ ਉਚਾਰਨ ਕਰਦੇ ਹਨ ਕਿ ਜਿਹ ਬਾਜ ਨਾ ਜੀਆ ਜਾਈ, ਕਿ ਜਿਸ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ, ਉਹਦਾ ਨਾਮ ਜਪੇ ਤੋਂ ਬਿਨਾਂ ਜੀਵ ਤੋਂ ਰਿਹਾ ਨਹੀਂ ਜਾਂਦਾ। ਮਿਲੈ ਤਾ ਕਾਲ ਅਗਾਈ। ਕਹਿੰਦੇ ਜੇ ਉਹ ਪਰਮੇਸ਼ਰ ਵਾਹਿਗੁਰੂ ਭਗਤੀ ਕਰਦਿਆਂ, ਨਾਮ ਜਪਦਿਆਂ ਮਿਲ ਪਵੇ ਤਾਂ ਘਾਲ ਅਗਾਈ, ਫਿਰ ਜੀਵ ਦੀ ਕੀਤੀ ਹੋਈ ਸਾਰੀ ਘਾਲਣਾ ਕਹੀਓ, ਅਗਾਈ ਕਹੀਏ, ਰੱਜ ਜਾਂਦੀ ਹੈ। ਭਾਵ ਕਿ ਸਫਲੀ ਹੋ ਜਾਂਦੀ ਹੈ, ਤ੍ਰਿਪਤ ਹੋ ਜਾਂਦਾ ਜੀਵ। ਜਦੋਂ ਜੀਵ ਨੂੰ ਪਰਮੇਸ਼ਰ ਦੀ ਭਗਤੀ ਕਰਦਿਆਂ ਉਹਦੀ ਪ੍ਰਾਪਤੀ ਹੋ ਜਾਏ, ਉਦਣ ਇਹਦੀ ਸਾਰੀ ਘਾਲਣਾ ਜਿਹੜੀ ਸਫਲੀ ਹੋ ਜਾਂਦੀ ਹੈ। ਸਦ ਜੀਵਨ ਭਲੋ ਕਹਾਹੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਇਨਸਾਨ ਦੇ ਅੰਦਰ ਇਹ ਇੱਛਾ ਹੁੰਦੀ ਹੈ ਕਿ ਉਹਨੂੰ ਦੋ ਤਰ੍ਹਾਂ ਦਾ ਸੁੱਖ ਸਭ ਤੋਂ ਪ੍ਰਾਪਤ ਹੋਵੇ, ਸਭ ਥਾਵਾਂ 'ਤੇ ਮਿਲੇ। ਉਹ ਕੀ ਹੈ ਕਿ ਸਦ ਜੀਵਨ ਭਲੋ ਕਹਾਹੀ। ਇੱਕ ਤਾਂ ਜੀਵਨ ਜਿਹੜਾ ਉਹ ਬੜਾ ਸ੍ਰੇਸ਼ਟ ਅਤੇ ਉੱਤਮ ਹੋਵੇ, ਅਤੇ ਫਿਰ ਭਲੋ ਕਹਾਹੀ, ਫਿਰ ਸਾਰੇ ਉਸ ਨੂੰ ਭਲਾ ਕਹਿਣ। ਇੱਕ ਤਾਂ ਜੀਵ ਹੁੰਦਾ ਨਾ ਆਪਣੇ ਆਪ ਨੂੰ ਆਪੇ ਹੀ ਭਲਾ ਕਹਾਉਂਦਾ, ਪਰ ਉਹਨੂੰ ਜਿਹੜਾ ਆਪਣੇ ਆਪ ਨੂੰ ਆਪ ਹੀ ਚੰਗਾ ਕਹਾਈ ਜਾਏ ਕਿ ਮੈਂ ਚੰਗਾ ਹਾਂ। ਤਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਆਪਸ ਕਉ ਜੋ ਭਲਾ ਕਹਾਵੈ, ਤਿਸ ਹੈ ਭਲਾਈ ਨਿਕਟ ਨਾ ਆਵੈ। ਜਿਹੜਾ ਆਪ ਹੀ ਕਹੇ ਕਿ ਮੈਂ ਚੰਗਾ ਹਾਂ, ਮੈਂ ਸ੍ਰੇਸ਼ਟ ਹਾਂ, ਮੈਂ ਸਭ ਤੋਂ ਉੱਤਮ ਹਾਂ, ਮੇਰੇ ਵਰਗਾ ਚੰਗਾ ਕੋਈ ਨਹੀਂ, ਅਤੇ ਸਤਿਗੁਰੂ ਜੀ ਕਹਿੰਦੇ ਉਹਦੇ ਭਲਾਈ ਨੇੜੇ ਤੇੜੇ ਵੀ ਨਹੀਂ ਹੁੰਦੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਦ ਜੀਵਨ ਭਲੋ ਕਹਾਹੀ, ਕਿ ਸਾਰੀ ਜ਼ਿੰਦਗੀ, ਸਾਰੇ ਜੀਵਨ ਦੇ ਵਿੱਚ ਉਸ ਨੂੰ ਲੋਕ ਜਿਹੜੇ ਹੈ, ਸੰਸਾਰ ਜਿਹੜਾ ਹੈ ਉਹ ਭਲਾ ਕਵੇ, ਉਹਦੇ ਜਾਣ ਮਗਰੋਂ ਵੀ ਕਹਿਣ ਵੀ ਭਲਾ ਹੈ। ਅਤੇ ਉਹਨੂੰ ਕੀ ਕਰਨਾ ਚਾਹੀਦਾ ਹੈ? ਮੂਏ ਬਿਨਾ ਜੀਵਨ ਨਾਹੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੇ ਜੀਵਨ ਦੀ ਪ੍ਰਾਪਤੀ ਜਿਹੜੀ ਹੈ, ਮੂਏ ਬਿਨ ਜੀਵਨ ਨਾਹੀ, ਮਰੇ ਤੋਂ ਬਿਨਾਂ ਇਹ ਜੀਵਨ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਜਿੰਨਾ ਚਿਰ ਜੀਵ ਜੀਵਤ ਭਾਵ ਤੋਂ ਨਹੀਂ ਮਰਦਾ, ਜੀਵਤ ਭਾਵ ਤੋਂ ਮਰਨ ਤੋਂ ਕੀ ਹੈ ਕਿ ਜਿੰਨਾ ਚਿਰ ਸਾਡੇ ਮਨ ਦੇ ਉੱਤੇ ਇਹਨਾਂ ਗੱਲਾਂ ਦਾ ਅਸਰ ਪੈਂਦਾ ਰਹਿੰਦਾ ਹੈ, ਕਿਸੇ ਨੇ ਚੰਗਾ ਕਿਹਾ ਉਹਦਾ ਪ੍ਰਭਾਵ ਪੈ ਗਿਆ, ਮਾੜਾ ਕਿਹਾ ਉਹਦਾ ਪ੍ਰਭਾਵ ਪੈ ਗਿਆ, ਫਿਰ ਉੱਦਾਂ ਦੀ ਕਿਰਿਆ ਬਣ ਗਈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮੂਏ ਬਿਨ ਜੀਵਨ ਨਾਹੀ। ਜੇ ਉਹ ਅਸਲੀ ਜੀਵਨ ਦੀ ਪ੍ਰਾਪਤੀ ਕਰਨੀ ਹੈ,
ਜਿਹਦੇ ਅੰਦਰ ਨਾ ਖੁਸ਼ੀ ਹੈ, ਨਾ ਗਮੀ ਹੈ, ਨਾ ਦੁੱਖ ਹੈ, ਨਾ ਸੁੱਖ ਹੈ, ਨਾ ਭੁੱਖ ਹੈ, ਨਾ ਤੇਹ ਹੈ, ਰੋਗ ਸੋਗ ਜੋਗ ਵਿਜੋਗ ਕੁਝ ਨਹੀਂ ਹੈ, ਜਿਸ ਦੇ ਅੰਦਰ ਕੇਵਲ ਤੇ ਕੇਵਲ ਆਨੰਦ ਹੀ ਆਨੰਦ ਹੈ। ਉਸ ਜੀਵਨ ਦੀ ਪ੍ਰਾਪਤੀ ਉਦਣ ਹੁੰਦੀ ਜਦੋਂ ਜੀਵਤ ਭਾਵ ਤੋਂ ਮਰ ਜਾਂਦਾ ਹੈ। ਜੀਵਤ ਭਾਵ ਤੋਂ ਮਰਨ ਤੋਂ ਕੀ ਹੈ ਕਿ ਜਿਵੇਂ ਮੁਰਦਾ ਹੋ ਜਾਏ ਤੇ ਮੁਰਦੇ ਦੀ ਕੋਈ ਹਰਕਤ ਨਹੀਂ ਹੁੰਦੀ, ਸਰੀਰ ਨਹੀਂ ਹਿਲਦਾ, ਬੋਲਦਾ ਨਹੀਂ, ਚੱਲਦਾ ਨਹੀਂ। ਇੱਦਾਂ ਹੀ ਜਿਹੜੇ ਗੁਰੂ ਦੇ ਸ਼ਬਦ ਦੇ ਅਨੁਸਾਰ ਚੱਲਦੇ ਹੈ ਕਿ ਜੋ ਗੁਰੂ ਕੀ ਪਾਵਨ ਬਾਣੀ ਸਿੱਖਿਆ ਬਖਸ਼ਦੀ ਹੈ ਉਹਦੇ ਅਨੁਸਾਰ ਹੀ ਚੱਲਣਾ, ਆਪਣੀ ਮੱਤ ਨਹੀਂ ਵਰਤਣੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਜੀਵਤ ਭਾਵ ਤੋਂ ਮਰਦੇ ਹਨ ਉਹੀ ਐਸੇ ਜੀਵਨ ਨੂੰ ਪ੍ਰਾਪਤ ਕਰਦੇ ਹਨ। ਅਬ ਕਿਆ ਕਥੀਐ ਗਿਆਨ ਵਿਚਾਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਉਸ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਗਈ ਉਹਨਾਂ ਵਾਸਤੇ ਕੀ ਹੁਣ ਗਿਆਨ ਕਥਨ ਕਰੀਏ। ਅਬ ਕਿਆ ਕਥੀਐ ਗਿਆਨ ਵਿਚਾਰਾ, ਹੁਣ ਕੀ ਗਿਆਨ ਦੀ ਵਿਚਾਰ ਕਰਨ ਕਿ ਆਤਮਾ ਇਹ ਹੈ, ਪ੍ਰਮਾਤਮਾ ਇਹ ਹੈ, ਤਿੰਨ ਗੁਣ ਇਹ ਹੈ, ਇਸੇ ਤਰ੍ਹਾਂ 25 ਪ੍ਰਕਿਰਤੀਆਂ, ਸਰੀਰ ਬਣਦਾ, ਇਹ ਜਿੰਨੀ ਵਿਚਾਰ ਹੈ ਫਿਰ ਉਹ ਉਸ ਨੂੰ ਕਿਸ ਵਾਸਤੇ ਕਰਨ। ਕਿਉਂਕਿ ਜਦੋਂ ਉਹਨਾਂ ਨੂੰ ਆਤਮਿਕ ਜੀਵਨ ਹੀ ਪ੍ਰਾਪਤ ਹੋ ਗਿਆ, ਆਤਮਾ ਪ੍ਰਮਾਤਮਾ 'ਚ ਅਭੇਦ ਹੋ ਗਈ, ਸਰੀਰ 'ਚ ਰਹਿੰਦਿਆਂ ਹੋਇਆਂ ਪ੍ਰਮਾਤਮਾ 'ਚ ਮਿਲ ਗਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਵਾਸਤੇ ਇਹ ਸ਼ਾਸਤਰੀ ਗਿਆਨ ਜਿਹੜਾ ਹੈ ਇਹਦੀ ਕੋਈ ਵਿਚਾਰ ਨਹੀਂ ਰਹਿੰਦੀ। ਨਿਜ ਨਿਰਖਤ ਗਤ ਵਿਵਹਾਰਾ। ਕਿਉਂਕਿ ਉਹਨਾਂ ਨੇ ਨਿਜ ਨੂੰ, ਆਪਣੇ ਆਪੇ ਨੂੰ ਨਿਰਖਤ ਕਹੀਏ ਵੇਖ ਲਿਆ, ਆਪਣੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਨੂੰ ਵੇਖ ਲਿਆ ਤੇ ਗਤ ਵਿਵਹਾਰਾ, ਫਿਰ ਜਿੰਨੀਆਂ ਦੁੱਖ ਹਨ ਉਹ ਸਾਰੇ ਉਹਨਾਂ ਦੇ ਵਿਵਹਾਰਾ ਕਹੀਏ ਗਤ ਨਾਸ ਹੋ ਗਏ। ਜਿਵੇਂ ਸੰਸਾਰ ਦਾ ਵਿਹਾਰ ਹੁੰਦਾ ਇਹ ਸਾਰੇ ਵਿਹਾਰ ਵੀ ਉਹਨਾਂ ਦੇ ਨਾਸ ਹੋ ਗਏ। ਰਹਾਉ ਘਸ ਕੁੰਕਮ ਚੰਦਨ ਗਾਰਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਪ੍ਰਕਾਰ ਕੁੰਕਮ ਜਿਹੜਾ ਕੇਸਰ ਹੈ ਤੇ ਚੰਦਨ ਹੈ, ਜਦੋਂ ਇਹਨਾਂ ਨੂੰ ਮਿਲਾ ਕੇ ਰਗੜਦੇ ਹੈ ਤੇ ਇੱਕ ਦੂਜੇ 'ਚ ਅਭੇਦ ਹੋ ਜਾਂਦੇ ਹੈ, ਇੱਕ ਦੂਜੇ ਦੇ ਰੂਪ ਬਣ ਜਾਂਦੇ ਆ, ਪਤਾ ਹੀ ਨਹੀਂ ਚੱਲਦਾ ਵੀ ਇਹਦੇ ਵਿੱਚ ਕੇਸਰ ਕਿਹੜਾ ਤੇ ਚੰਦਨ ਕਿਹੜਾ, ਇੱਕ ਰੂਪ ਬਣ ਜਾਂਦੇ ਹੈ। ਫਿਰ ਉਹਨਾਂ ਦੇ ਵਿੱਚੋਂ ਸੁਗੰਧੀ ਆਉਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੀ ਘਸ ਕੁੰਕਮ ਚੰਦਨ ਗਾਰਿਆ, ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਤੇ ਇਸੇ ਪ੍ਰਕਾਰ ਪ੍ਰਮਾਤਮਾ ਦਾ ਜਸ, ਪਰਮੇਸ਼ਰ ਦਾ ਨਾਮ ਜਿਹੜਾ ਉਹ ਕੇਸਰ ਵਾਂਗ ਹੈ ਤੇ ਜਸ ਜਿਹੜਾ ਉਹ ਚੰਦਨ ਵਾਂਗ ਹੈ। ਜਿਵੇਂ ਚੰਦਨ ਦੀ ਸੁਗੰਧੀ ਫੈਲਦੀ ਹੈ, ਇੱਦਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਜਸ ਥਾਂ ਥਾਂ 'ਤੇ ਕੀਤਾ, ਫੈਲਾ ਦਿੱਤਾ ਤੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਨਾਮ ਨੂੰ ਤੇ ਪਰਮੇਸ਼ਰ ਦੇ ਜਸ ਨੂੰ ਜਿਨ੍ਹਾਂ ਨੇ ਇੱਕ ਕਰ ਲਿਆ। ਬਿਨ ਨੈਨਹੁ ਜਗਤ ਨਿਹਾਰਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਨੇ ਬਿਨਾਂ ਨੇਤਰਾਂ ਤੋਂ ਇਹ ਜਗਤ ਨਿਹਾਰਿਆ ਕਹੀਏ ਵੇਖ ਲਿਆ। ਜਿਹੜੇ ਇਹ ਸਥੂਲ ਨੇਤਰ ਹਨ ਜਿਨ੍ਹਾਂ ਦੁਆਰਾ ਜਗਤ ਦਿਸਦਾ ਹੈ, ਇਹਨਾਂ ਨੇਤਰਾਂ ਤੋਂ ਬਿਨਾਂ ਹੀ ਵਿਚਾਰ ਤੇ ਵਿਵੇਕ ਦੇ ਨੇਤਰਾਂ ਦੁਆਰਾ ਉਹਨਾਂ ਨੇ ਸਾਰੇ ਜਗਤ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ। ਪੂਤ ਪਿਤਾ ਇੱਕ ਜਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪੂਤ ਜਿਹੜੀ ਜੀਵ ਆਤਮਾ ਹੈ ਉਸ ਨੇ ਪਿਤਾ ਕਹੀਏ ਪਰਮਾਤਮਾ ਨੂੰ ਜਾਇਆ ਪ੍ਰਗਟ ਕਰ ਲਿਆ। ਪੂਤ ਪਿਤਾ ਇੱਕ ਜਾਇਆ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਜਿਤਨੀ ਵੀ ਹੈ ਜਦੋਂ ਉਸ ਨੂੰ ਪੜ੍ਹਦੇ ਹੈ ਤੇ ਉਹਦੇ ਵਿੱਚ ਇਹਨੂੰ ਧਾਰਮਿਕ ਵਿਦਵਾਨ ਕਹਿੰਦੇ ਹੈ ਵੀ ਇਹਦਾ ਸਿਧਾਂਤ ਉਲਟ ਜਾ ਕੇ ਲੱਗਦਾ। ਹੁਣ ਪਿਤਾ ਤੋਂ ਪੁੱਤਰ ਦੀ ਪੈਦਾਇਸ਼ ਹੈ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਿਤਾ ਨੇ ਪੁੱਤਰ ਨੇ ਪਿਤਾ ਨੂੰ ਪੈਦਾ ਕਰ ਦਿੱਤਾ। ਇਹਦੇ ਵਿੱਚ ਸਿਧਾਂਤ ਕੀ ਹੈ ਕਿ ਪੂਤ ਕੀ ਹੈ, ਜੀਵ ਆਤਮਾ ਜਿਹੜੀ ਸਾਡੇ ਅੰਦਰ ਹੈ, ਅਤੇ ਇਸੇ ਜੀਵ ਆਤਮਾ ਨੇ ਜਦੋਂ ਭਗਤੀ ਕੀਤੀ ਪਰਮੇਸ਼ਰ ਦੀ ਅਤੇ ਉਹ ਪਿਤਾ ਅਕਾਲ ਪੁਰਖ ਵਾਹਿਗੁਰੂ ਉਹ ਅੰਦਰ ਹੀ ਪ੍ਰਗਟ ਹੋ ਗਿਆ। ਪੂਤ ਪਿਤਾ ਇੱਕ ਜਾਇਆ। ਇਸ ਜੀਵ ਆਤਮਾ ਨੇ ਭਗਤੀ ਕਰਕੇ ਆਪਣੇ ਅੰਤਰ ਹੀ ਉਹ ਪਰਮੇਸ਼ਰ ਵਾਹਿਗੁਰੂ ਨੂੰ ਜੋ ਪਿਤਾ ਦੀ ਨਿਆਈ ਹੈ ਉਸ ਨੂੰ ਪ੍ਰਗਟ ਕਰ ਲਿਆ ਹੈ। ਬਿਨ ਠਾਹਰ ਨਗਰ ਵਸਾਇਆ।
ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨਾਂ ਜਗ੍ਹਾ ਤੋਂ ਉਹਨਾਂ ਨੇ ਨਗਰ ਵਸਾ ਲਿਆ, ਵੀ ਨਗਰ ਵਸਦਾ ਕਿਸੇ ਜਗ੍ਹਾ 'ਤੇ ਵਸਦਾ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਠਾਹਰ ਨਗਰ ਵਸਾਇਆ, ਕਿ ਬਿਨਾਂ ਜਗ੍ਹਾ ਤੋਂ, ਇਹ ਸੰਸਾਰੀ ਜਗ੍ਹਾ ਤੋਂ ਬਿਨਾਂ ਹੀ ਉਹਨਾਂ ਨੇ ਨਗਰ ਵਸਾ ਦਿੱਤਾ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਬਚਨ ਕੀਤੇ, ਬੇਗਮਪੁਰਾ ਸ਼ਹਿਰ ਕੋ ਨਾਓ, ਕਿ ਬੇਗਮਪੁਰਾ ਸ਼ਹਿਰ ਹੈ, ਹੁਣ ਉਹ ਸ਼ਹਿਰ ਇਸ ਧਰਤੀ 'ਤੇ ਨਹੀਂ ਹੈ ਵੀ ਉਹਦੀ ਜਗ੍ਹਾ ਕਿੱਥੇ ਹੈ, ਕਿਹੜੇ ਜ਼ਿਲ੍ਹੇ 'ਚ ਪੈਂਦਾ ਹੈ, ਇੱਦਾਂ ਨਹੀਂ ਹੈ। ਉਹ ਭਗਤ ਰਵਿਦਾਸ ਸਾਹਿਬ ਜੀ ਦੀ ਇੱਕ ਆਤਮਿਕ ਅਵਸਥਾ ਦੀ ਉਡਾਰੀ ਹੈ, ਜਿਹਦੇ ਵਿੱਚ ਉਹਨਾਂ ਨੇ ਸਾਰੀ ਕਿਰਿਆ ਬਿਆਨ ਕੀਤੀ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਬਿਨ ਠਾਹਰ ਨਗਰ ਵਸਾਇਆ, ਕਿ ਬਿਨਾਂ ਇਸ ਸਥੂਲ ਜਗ੍ਹਾ ਤੋਂ ਹੀ ਉਹਨਾਂ ਨੇ ਜਿਹੜਾ ਨਗਰ ਸੀ ਸਤ ਸੰਗਤ ਰੂਪੀ ਉਹ ਵਸਾ ਲਿਆ। ਜਾਚਕ ਜਨ ਦਾਤਾ ਪਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਪਹਿਲਾਂ ਜਾਚਕ ਸਨ, ਮੰਗਤੇ ਸਨ, ਹੁਣ ਉਹਨਾਂ ਨੇ ਦਾਤਾ ਪਾ ਲਿਆ। ਜਿਹੜਾ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਸ ਨੂੰ ਪ੍ਰਾਪਤ ਕਰ ਲਿਆ ਹੈ। ਸੋ ਦੀਆ ਨਾ ਜਾਈ ਖਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਦਾਤ ਉਹ ਪਰਮੇਸ਼ਰ ਨੇ ਦੇ ਦਿੱਤੀ ਹੈ, ਨਾ ਤਾਂ ਹੁਣ ਉਹ ਸੋ ਦੀਆ ਨਾ ਜਾਈ ਖਾਇਆ, ਕਿਸੇ ਹੋਰ ਤੋਂ ਉਹ ਦਾਤ ਦਿੱਤੀ ਨਹੀਂ ਜਾ ਸਕਦੀ। ਜਿਹੜੀ ਦਾਤ ਪਰਮੇਸ਼ਰ ਕਿਸੇ ਨੂੰ ਦੇ ਦੇਵੇ, ਹੋਰ ਦੁਨੀਆ ਦੀ ਕੋਈ ਤਾਕਤ, ਕੋਈ ਦੇਵੀ ਦੇਵਤਾ, ਪੀਰ ਫਕੀਰ ਉਹ ਦਾਤ ਝੋਲੀ ਨਹੀਂ ਪਾ ਸਕਦਾ ਜਿਹੜੀ ਪਰਮੇਸ਼ਰ ਪਾ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਦੀਆ ਨਾ ਜਾਈ ਖਾਇਆ, ਅਤੇ ਉਹ ਪਰਮੇਸ਼ਰ ਵਾਹਿਗੁਰੂ ਨੇ ਜਿਹੜੀ ਦਾਤ ਉਹ ਦਿੱਤੀ ਹੈ, ਜਿਹੜੀ ਕਿਸੇ ਹੋਰ ਤੋਂ ਪ੍ਰਾਪਤ ਨਹੀਂ ਹੁੰਦੀ, ਅਤੇ ਕਿੰਨੀ ਉਸ ਨੂੰ ਖਾਈ ਜਾਈਏ ਉਹ ਮੁੱਕਦੀ ਨਹੀਂ ਹੈ। ਛੋੜਿਆ ਜਾਏ ਨਾ ਮੁਕਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਹੁਣ ਉਹ ਦਾਤ ਛੱਡੀ ਜਾਂਦੀ ਹੈ ਅਤੇ ਨਾ ਉਹ ਦਾਤ ਮੁੱਕਦੀ ਹੀ ਹੈ। ਨਾਮ ਦੀ ਕਮਾਈ ਐਸੀ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਝੋਲੀ ਦੇ ਵਿੱਚ ਪਰਮੇਸ਼ਰ ਨੇ ਨਾਮ ਪਾ ਦਿੱਤਾ, ਉਹ ਨਾਮ ਦੀ ਦਾਤ ਗੁਰੂ ਰੂਪ ਦੁਆਰਾ ਪਰਮੇਸ਼ਰ ਤੋਂ ਮਿਲਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਅਤੇ ਉਹ ਦਾਤ ਜਿਹੜੀ ਹੈ ਹੋਰ ਤੋਂ ਨਹੀਂ ਮਿਲਦੀ। ਅਤੇ ਉਹ ਦਾਤ ਐਸੀ ਹੈ ਕਿ ਜਿਹੜਾ ਨਾਮ ਜਪਣ ਲੱਗ ਜਾਏ, ਫਿਰ ਉਹ ਨਾਮ ਜਪਦਾ ਜਪਦਾ ਕਦੇ ਨਹੀਂ ਕਹਿੰਦਾ ਵੀ ਹੁਣ ਮੈਂ ਰੱਜ ਗਿਆ, ਹੁਣ ਲੋੜ ਨਹੀਂ, ਉਹ ਜਪਦਾ ਹੀ ਰਹਿੰਦਾ। ਅਤੇ ਫਿਰ ਉਹ ਨਾਮ ਜਪਦਾ ਜਪਦਾ ਕਦੇ ਇਹ ਨਹੀਂ ਕਹਿੰਦਾ ਕਿ ਹੁਣ ਨਾਮ ਮੁੱਕ ਗਿਆ। ਨਾਮ ਮੁੱਕਦਾ ਵੀ ਨਹੀਂ, ਨਾਮ ਜਪ ਕੇ ਜੀਵ ਰੱਜਦਾ ਵੀ ਨਹੀਂ, ਨਾਮ ਘਟਦਾ ਵੀ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਛੋੜਿਆ ਜਾਏ ਨਾ ਮੁੱਕਾ। ਹੁਣ ਇਹ ਜਿਹੜੀ ਚੇਟਕ ਲੱਗੀ ਹੈ ਨਾਮ ਰਸ ਦੀ, ਨਾ ਛੱਡੀ ਜਾਂਦੀ ਹੈ ਨਾ ਮੁੱਕਦੀ ਹੈ। ਔਰ ਨ ਪਹਿ ਜਾਨਾ ਚੁਕਾ। ਅਤੇ ਭਗਤ ਜੀ ਕਹਿੰਦੇ ਹੁਣ ਹੋਰਾਂ ਤੋਂ ਜਿਹੜਾ ਜਾਣਾ ਸੀ ਨਾ ਉਹ ਵੀ ਚੂਕਾ ਕਹੀਏ ਛੁੱਟ ਗਿਆ। ਹੋਰ ਦਰ ਦਰ 'ਤੇ ਜਾਣਾ, ਦਰ ਦਰ 'ਤੇ ਜਾ ਕੇ ਮੰਗਣਾ, ਉਹਨੂੰ ਰੱਬ ਮੰਨਣਾ, ਇਹਨੂੰ ਮੰਨਣਾ, ਹੋਰ ਦਰਾਂ 'ਤੇ ਜਿਹੜਾ ਜਾਣਾ ਸੀ ਉਹ ਵੀ ਛੁੱਟ ਗਿਆ। ਕੇਵਲ ਪਰਮੇਸ਼ਰ ਦੀ ਭਗਤੀ ਦੇ ਲੜ ਲੱਗ ਗਏ। ਜੋ ਜੀਵਨ ਮਰਨਾ ਜਾਣੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਜੀਵਨ ਅਤੇ ਮਰਨ ਨੂੰ ਜਾਣ ਲੈਂਦਾ ਹੈ ਕਿ ਜੀਵਨ ਕੀ ਹੈ ਅਤੇ ਮਰਨਾ ਕੀ ਹੈ, ਜਾਂ ਜਿਹੜਾ ਜਿਉਂਦਿਆਂ ਹੋਇਆਂ ਹੀ ਇਹ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਜਾਣ ਲਵੇ ਕਿ ਮੌਤ ਕੀ ਹੈ, ਮਰਨਾ ਕੀ ਚੀਜ਼ ਹੈ। ਸੋ ਪੰਚ ਸੈਲ ਸੁਖ ਮੰਨੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹੀ ਪੰਚ ਤੋਂ ਕਹੀਏ ਸ੍ਰੇਸ਼ਟ ਬਣਦਾ ਹੈ, ਸਭ ਤੋਂ ਉੱਤਮ ਉਹ ਬਣਦਾ ਹੈ। ਅਤੇ ਸੈਲ ਸੁਖ ਮੰਨੈ। ਸੈਲ ਜਿਵੇਂ ਪਹਾੜ ਹੁੰਦਾ, ਅਚਲ ਹੁੰਦਾ, ਪਹਾੜ ਹਿਲਦਾ ਨਹੀਂ, ਡੋਲਦਾ ਨਹੀਂ, ਅਟਲ ਰਹਿੰਦਾ। ਇੱਦਾਂ ਸਦਾ ਰਹਿਣ ਵਾਲਾ ਜਿਹੜਾ ਅਚਲ ਸੁੱਖ ਹੈ, ਜਿਹੜਾ ਸੁੱਖ ਕਦੇ ਵੀ ਨਹੀਂ ਘਟਦਾ, ਕਦੇ ਵੀ ਨਹੀਂ ਜਾਂਦਾ, ਉਸ ਸੁੱਖ ਨੂੰ ਉਹ ਮਾਣਦੇ ਹਨ। ਕਬੀਰੈ ਸੋ ਧਨ ਪਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਉਹ ਨਾਮ ਦੇ ਧਨ ਨੂੰ ਪਾ ਲਿਆ ਹੈ, ਉਹ ਨਾਮ ਧਨ ਅਸੀਂ ਇਕੱਠਾ ਕੀਤਾ ਹੈ। ਹਰ ਭੇਟਤ ਆਪ ਮਿਟਾਇਆ। ਕਹਿੰਦੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਨੇ ਇਸ ਨਾਮ ਧਨ ਦੁਆਰਾ ਉਹ ਆਪ ਮਿਲ ਪਿਆ ਪਰਮੇਸ਼ਰ। ਹਰ ਭੇਟਤ ਹਰੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਅਤੇ ਆਪ ਗਵਾਇਆ। ਆਪਣਾ ਆਪਾ ਭਾਵ ਸੀ ਜਿਹੜਾ ਉਹ ਨਾਮ ਨੇ ਗਵਾ ਦਿੱਤਾ। ਜਦੋਂ ਜੀਵ ਨਾਮ ਨੂੰ ਜਪਦਾ ਅਤੇ ਨਾਮ ਜਪਦਿਆਂ ਜਪਦਿਆਂ ਜਿਵੇਂ ਜਿਵੇਂ ਜੀਵ ਦੀ ਅਵਸਥਾ ਉੱਚੀ ਉੱਠਦੀ ਹੈ,
ਉਵੇਂ ਉਵੇਂ ਇਹ ਆਪਣੇ ਆਪੇ ਭਾਵ ਨੂੰ, ਹੰਕਾਰ ਨੂੰ ਖਤਮ ਕਰੀ ਜਾਂਦਾ, ਮੈਂ ਤੇ ਮੇਰੀ ਦਾ ਤਿਆਗ ਕਰਦਾ ਜਾਂਦਾ। ਅਤੇ ਇੱਕ ਦਿਨ ਉਹ ਪਰਮੇਸ਼ਰ ਵਾਹਿਗੁਰੂ ਹਰ ਭੇਟਤ, ਹਰੀ ਪ੍ਰਮਾਤਮਾ ਦੇ ਨਾਲ ਇਹਦਾ ਮਿਲਾਪ ਹੋ ਜਾਂਦਾ, ਉਹਦੇ ਵਿੱਚ ਅਭੇਦ ਹੋ ਜਾਂਦਾ। ਇਹ ਸਭ ਨਾਮ ਦੇ ਧਨ ਦੁਆਰਾ ਹੀ ਹੈ। ਜਿਹਦੇ ਕੋਲ ਨਾਮ ਦਾ ਧਨ ਜਿਤਨਾ ਜ਼ਿਆਦਾ ਹੈ, ਉਤਨੀ ਉਹਦੀ ਅਵਸਥਾ ਹੈ, ਉਤਨੀ ਹੀ ਉਹਦੀ ਵਡਿਆਈ ਹੈ, ਉਤਨਾ ਹੀ ਉਹਦੇ ਜੀਵਨ ਦੇ ਵਿੱਚ ਰਸ ਹੈ, ਉਹਦੇ ਜੀਵਨ ਦੇ ਵਿੱਚ ਦੁੱਖਾਂ ਤੋਂ ਛੁਟਕਾਰਾ ਹੈ, ਨਾਮ ਧਨ ਦੁਆਰਾ ਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਹਰ ਭੇਟਤ ਆਪ ਗਵਾਇਆ, ਸੋ ਕਬੀਰੈ ਸੋ ਧਨ ਪਾਇਆ, ਕਿ ਅਸੀਂ ਉਸ ਨਾਮ ਧਨ ਨੂੰ ਪ੍ਰਾਪਤ ਕਰ ਲਿਆ ਜਿਸ ਦੁਆਰਾ ਹਰੀ ਪਰਮੇਸ਼ਰ ਮਿਲ ਪਿਆ, ਅਤੇ ਆਪਾ ਭਾਵ ਸੀ ਜਿਹੜਾ ਸਾਰਾ ਹੀ ਉਹ ਦੂਰ ਹੋ ਗਿਆ। ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸੁੰਦਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਆਪਾਂ ਪੜ੍ਹਿਆ ਸੁਣਿਆ ਵਿਚਾਰਿਆ ਹੈ। ਇਹ ਸੁੰਦਰ ਵਿਚਾਰਾਂ ਆਪਣੇ ਸਭ ਦੇ ਹਿਰਦਿਆਂ 'ਚ ਵਸਣ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੋ ਜੀਵਨ ਮਰਨਾ ਜਾਣੈ, ਸੋ ਪੰਚ ਸੈਲ ਸੁਖ ਮਾਨੈ, ਕਬੀਰੈ ਸੋ ਧਨ ਪਾਇਆ। ਹਰ ਭੇਟਤ ਆਪ ਗਵਾਇਆ, ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤੁ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨਹਾਰ। ਤੂੰ ਠਾਕੁਰ